आज मैं लाल किले से एक महत्वपूर्ण निर्णय की घोषणा करना चाहता हूं कि अब हम चीफ ऑफ डिफेंस स्टाफ सीडीएस इसकी व्यवस्था करेंगे। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਐਲਾਨ ਨੇ 20 ਸਾਲ ਪੁਰਾਣੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਜੀ ਹਾਂ, ਹੁਣ ਭਾਰਤ ਨੂੰ ਮਿਲੇਗਾ ਚੀਫ ਆਫ ਡਿਫੈਂਸ ਸਟਾਫ, ਜੋ 에ਅਰ ਫੋਰਸ, ਨੇਵੀ ਅਤੇ ਆਰਮੀ ਵਿਚਾਲੇ ਤਾਲਮੇਲ ਵਧਾਏਗਾ। ਅਜਿਹਾ ਕਦਮ ਇਸ ਲਈ ਚੁੱਕਣਾ ਪਿਆ ਕਿਉਂਕਿ ਸਾਲ 1999 'ਚ ਕਾਰਗਿਲ ਦੀ ਜੰਗ ਭਾਵੇਂ ਭਾਰਤ ਨੇ ਜਿੱਤ ਲਈ ਸੀ, ਪਰ ਦੇਸ਼ ਨੂੰ ਕਾਫੀ ਨੁਕਸਾਨ ਵੀ ਝੱਲਣਾ ਪਿਆ ਸੀ। 537 ਜਵਾਨ ਸ਼ਹੀਦ ਅਤੇ 1300 ਤੋਂ ਵੱਧ ਸਾਡੇ ਵੀਰ ਜ਼ਖਮੀ ਹੋਏ ਸਨ। ਕਾਰਗਿਲ ਜੰਗ ਦੇ ਬਾਅਦ ਸਾਲ 2001 ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਤਕਨੀਕੀ ਡਿਪਟੀ ਪੀਐਮ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ 'ਚ ਗਰੁੱਪ ਆਫ ਮਿਨਿਸਟਰੀ ਕਮੇਟੀ ਬਣਾਈ ਗਈ। ਇਸ ਕਮੇਟੀ ਨੇ ਸਮੀਖਿਆ ਕੀਤੀ ਕਿ ਤਿੰਨਾਂ ਫੌਜਾਂ 'ਚ ਤਾਲਮੇਲ ਨਾ ਹੋਣ ਦੀ ਵਜ੍ਹਾ ਦੇ ਨਾਲ ਭਾਰਤ ਨੂੰ ਨੁਕਸਾਨ ਹੋਇਆ ਤੇ ਉਸ ਸਮੇਂ ਚੀਫ ਆਫ ਡਿਫੈਂਸ ਸਟਾਫ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ किले ਤੋਂ हरी झंडी दे दी है। हमारी तीनों जल, थल, नभ, उनके बीच कोऑर्डिनेशन तो है। हम गर्व कर सके ऐसी हमारी सेना की व्यवस्थाएं हैं। किसी भी हिंदुस्तानी को गर्व हो ऐसा हो। वे अपने अपने तरीके से आधुनिकता के लिए भी प्रयास करते हैं, लेकिन आज जैसे दुनिया बदल रही है, आज युद्ध के दायरे बदल रहे हैं, रूप रंग बदल रहे हैं। आज जिस प्रकार से टेक्नोलॉजी ड्रिवन व्यवस्थाएं बन रही है, तब भारत को भी टुकड़ों में सोचने से नहीं चलेगा। हमारी पूरी सैन्य शक्ति को एक मुश्त होकर के एक साथ आगे बढ़ने की दिशा में काम करना होगा। जल, थल, नभ में से एक आगे रहे, दूसरा 2 कदम पीछे रहे, तीसरा 3 कदम पीछे रहे तो नहीं चल सकता। तीनों एक साथ एक ही ऊंचाई पर आगे बढ़े, कोऑर्डिनेशन अच्छा हो, सामान्य मानवीय की आशा आकांक्षाओं का अनुकूल हो, विश्व में बदलते हुए युद्ध के और सुरक्षा के माहौल के अनुरूप हो। इन बातों को ध्यान में रखते हुए आज मैं लाल किले से एक महत्वपूर्ण निर्णय की घोषणा करना चाहता हूं। इस विषय के जो जानकार हैं वो बहुत लंबे अरसे से इसकी मांग करते रहे हैं। आज हमने निर्णय किया है कि अब हम चीफ ऑफ डिफेंस स्टाफ सीडीएस इसकी व्यवस्था करेंगे और इस पद के गठन के बाद तीनों सेनाओं के शीर्षस्थ स्तर पर एक प्रभावी नेतृत्व मिलेगा। हिंदुस्तान के सामरिक दुनिया की गति में ये सीडीएस एक बहुत अहम और रिफॉर्म करने का जो हमारा सपना है उसके लिए बल देने वाला काम है। चीफ ऑफ डिफेंस स्टाफ की है ਅਤੇ किस तरह काम करता है, इस बारे जानना बहुत ही जरूरी है। की है सीडीएस? चीफ ऑफ डिफेंस स्टाफ ਦਾ ਅਹੁਦਾ ਆਰਮੀ, ਨੇਵੀ ਅਤੇ 에ਅਰ ਫੋਰਸ ਤੋਂ ਉੱਪਰ ਹੁੰਦਾ ਹੈ। ਸੀਡੀਐਸ ਤਿੰਨਾਂ ਫੌਜਾਂ 'ਚ ਤਾਲਮੇਲ ਬਣਾਏ ਰੱਖਣ ਲਈ ਸਥਾਪਿਤ ਕੀਤਾ ਜਾਂਦਾ ਹੈ। ਜੰਗ ਦੇ ਮੈਦਾਨ 'ਚ ਫੌਜ ਤਾਲਮੇਲ ਤਹਿਤ ਦੁਸ਼ਮਣ ਤੇ ਭਾਰੀ ਪੈ ਸਕਦੀ ਹੈ। ਪਰਮਾਣੂ ਹਥਿਆਰ ਦੇ ਦੌਰ 'ਚ ਤਿੰਨਾਂ ਸੈਨਾ ਨੂੰ ਇੱਕੋ ਤਾਲਮੇਲ ਤਹਿਤ ਕੰਮ ਕਰਨਾ ਬਹੁਤ ਹੀ ਜ਼ਰੂਰੀ ਹੈ। 1999 ਕਾਰਗਿਲ ਯੁੱਧ ਸਮੇਂ ਸੁਰੱਖਿਆ ਸਲਾਹਕਾਰਾਂ ਨੇ ਸੀਡੀਐਸ ਦੀ ਮੰਗ ਕੀਤੀ ਸੀ। ਮੰਨਿਆ ਗਿਆ ਕਿ ਕਾਰਗਿਲ ਜੰਗ 'ਚ ਨੁਕਸਾਨ ਸੀਡੀਐਸ ਨਾ ਹੋਣ ਕਾਰਨ ਹੋਇਆ। ਕੌਣ ਹੋਵੇਗਾ ਸੀਡੀਐਸ? ਚੀਫ ਆਫ ਡਿਫੈਂਸ ਸਟਾਫ ਤਿੰਨਾਂ ਫੌਜਾਂ ਦੇ ਮੁਖੀਆਂ ਤੋਂ ਉੱਪਰ ਹੋਵੇਗਾ। ਸੀਡੀਐਸ ਕੋਲ ਡਿਫੈਂਸ ਸੇਵਾ ਦਾ ਲੰਬਾ ਤਜਰਬਾ ਅਤੇ ਉਪਲਬਧੀਆਂ ਹੋਣੀਆਂ ਚਾਹੀਦੀਆਂ। ਚੀਫ ਆਫ ਡਿਫੈਂਸ ਸਟਾਫ ਦੇ ਅਹੁਦੇ ਦੀ ਜ਼ਿੰਮੇਵਾਰੀ ਆਰਮੀ, ਨੇਵੀ ਜਾਂ 에ਅਰ ਫੋਰਸ ਨੂੰ ਦਿੱਤੀ ਜਾ ਸਕਦੀ ਹੈ, ਜਦਕਿ ਬਾਕੀ ਦੇਸ਼ਾਂ 'ਚ ਤਿੰਨਾਂ ਫੌਜਾਂ 'ਚੋਂ ਜੋ ਸਭ ਤੋਂ ਸੀਨੀਅਰ ਅਤੇ ਤਜਰਬੇਕਾਰ ਹੁੰਦਾ ਹੈ ਉਸ ਨੂੰ ਹੀ ਸੀਡੀਐਸ ਦੀ ਕਮਾਂਡ ਦਿੱਤੀ ਜਾਂਦੀ ਹੈ। ਕਿਹੜੇ ਦੇਸ਼ਾਂ ਤੋਂ ਹੈ ਸੀਡੀਐਸ ਸਿਸਟਮ? ਵੱਡੀ ਜ਼ਮੀਨ, ਲੰਬੀ ਸਰਹੱਦਾਂ, ਸਮੁੰਦਰ ਦੇ ਕਿਨਾਰੇ ਅਤੇ ਰਾਸ਼ਟਰ ਸੁਰੱਖਿਆ ਦੇ ਲਈ ਹਰ ਦੇਸ਼ ਨੂੰ ਸੀਡੀਐਸ ਸਿਸਟਮ ਦੀ ਜ਼ਰੂਰਤ ਪੈਂਦੀ ਹੈ। ਅਮਰੀਕਾ, ਚੀਨ, ਯੂਕੇ, ਜਾਪਾਨ ਅਤੇ ਨਾਟੋ ਦੇਸ਼ਾਂ ਦੀਆਂ ਫੌਜਾਂ 'ਚ ਚੀਫ ਆਫ ਡਿਫੈਂਸ ਸਟਾਫ ਪਹਿਲਾਂ ਤੋਂ ਹੀ ਨਿਯੁਕਤ ਕੀਤਾ ਹੋਇਆ। ਭਾਰਤ ਨੂੰ ਵੀ ਇਸ ਦੀ ਅਹਿਮ ਜ਼ਰੂਰਤ ਹੈ। ਉਮੀਦ ਹੈ ਕਿ ਭਾਰਤ ਦੀਆਂ ਤਿੰਨਾਂ ਫੌਜਾਂ ਜਲਦ ਹੀ ਚੀਫ ਆਫ ਡਿਫੈਂਸ ਸਟਾਫ ਤਹਿਤ ਹਰ ਮੁਸ਼ਕਿਲ ਘੜੀ ਦੇ ਨਾਲ ਨਜਿੱਠਣ ਲਈ ਤਿਆਰ ਹੋਣਗੀਆਂ, ਕਿਉਂਕਿ ਡਿਜੀਟਲ ਦੇ ਜ਼ਮਾਨੇ 'ਚ ਪਲਾਨਿੰਗ ਇੱਕ ਅਹਿਮ ਹਿੱਸਾ ਹੁੰਦੀ ਹੈ। ਪਲਾਨਿੰਗ ਦੇ ਨਾਲ ਹੀ ਘੱਟ ਸਮੇਂ 'ਚ ਜ਼ਿਆਦਾ ਫਾਇਦਾ ਲਿਆ ਜਾ ਸਕਦਾ ਹੈ, ਉਹ ਫਿਰ ਚਾਹੇ ਜੰਗ ਦਾ ਮੈਦਾਨ ਹੋਵੇ ਜਾਂ ਫਿਰ ਮੀਟਿੰਗ ਦਾ ਟੇਬਲ।